ਬੋਬੀ ਬਾਈ ਮੈਂ ਅਮਰੀਕਾ ਰਹਿਣਾ, ਅਮਰੀਕਨ ਸਿਟੀਜ਼ਨ ਹਾਂ ਔਰ ਮੈਂ ਆਪਣੇ ਵਾਲਦੈਨ ਨੂੰ ਪੈਰੈਂਟਸ ਨੂੰ ਗ੍ਰੀਨ ਕਾਰਡ ਤੇ ਸਪਾਂਸਰ ਕੀਤਾ ਹੈ। ਉਹਨਾਂ ਦੇ ਨਾਲ ਮੇਰੇ 21 ਸਾਲ ਤੋਂ ਛੋਟੇ ਭੈਣ ਭਰਾ ਵੀ ਨੇ 2। ਕੀ ਉਹ ਉਹਨਾਂ ਦੇ ਨਾਲ ਆ ਜਾਣਗੇ? ਇਸ ਸਵਾਲ ਦਾ ਜਵਾਬ ਮੈਂ ਅੱਜ ਇਸ ਵੀਡੀਓ 'ਚ ਦੇਣਾ ਹੈ। ਇੱਕ ਬਹੁਤ ਵੱਡੀ ਕਨਫਿਊਜ਼ਨ ਦੂਰ ਕਰਨੀ ਹੈ ਔਰ ਛੋਟੇ ਭੈਣ ਭਰਾਵਾਂ ਨੂੰ ਅਮਰੀਕਾ ਲਿਆਉਣ ਦਾ ਤਰੀਕਾ ਵੀ ਦੱਸਣਾ ਹੈ। ਇਹ ਸਾਰੀ ਗੱਲ ਇਸ ਵੀਡੀਓ 'ਚ ਦੱਸਾਂਗਾ। ਪਲੀਜ਼ ਚੈਨਲ ਫੋਲੋ ਕਰੋ। ਪੰਜਾਬੀ ਚੈਨਲ ਸਿਰਫ ਪੰਜਾਬੀ ਵੀਡੀਓ ਬਣਦੇ ਨੇ ਔਰ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ। ਤੁਸੀਂ ਆਪਣੇ ਵਾਲਦੈਨ ਨੂੰ ਪੈਰੈਂਟਸ ਨੂੰ ਜਦੋਂ ਅਪਲਾਈ ਕਰਦੇ ਹੋ ਗ੍ਰੀਨ ਕਾਰਡ ਤੇ, ਯਾਦ ਰੱਖੋ ਉਹ ਕੈਟੇਗਰੀ ਹੈ ਜਿਹਦੇ ਵਿੱਚ ਕੋਈ ਕੋਟਾ ਨਹੀਂ ਹੈਗਾ। ਓਪਨ ਕੈਟੇਗਰੀ, ਹਰ ਵਕਤ ਵੀਜ਼ਾ ਅਵੇਲੇਬਲ ਹੈ। ਉਹ ਕੋਈ ਵੀਜ਼ਾ ਅਵੇਲੇਬਿਲਿਟੀ ਦਾ ਮਸਲਾ ਨਹੀਂਗਾ। ਕੋਈ ਪ੍ਰਾਇੋਰਟੀ ਡੇਟ ਨਹੀਂ ਹੁੰਦੀ, ਜਿਸ ਤਰ੍ਹਾਂ ਸਪਾਊਸ ਦੀ ਪ੍ਰਾਇੋਰਟੀ ਡੇਟ ਨਹੀਂ ਹੁੰਦੀ। ਉਹ ਕੈਟੇਗਰੀ ਸਿਰਫ ਔਰ ਸਿਰਫ ਸਪਾਊਸ ਔਰ ਪੈਰੈਂਟਸ ਦੀ, ਉਹਦੇ 'ਚ ਭੈਣ ਭਰਾ ਸ਼ਾਮਲ ਨਹੀਂ ਹੋ ਸਕਦੇ। ਸਾਡੀ ਬਹੁਤ ਵੱਡੀ ਕਨਫਿਊਜ਼ਨ ਹੈ, ਇੱਕ ਬੰਦੇ ਦੀ ਨਹੀਂ ਹਜ਼ਾਰਾਂ ਲੱਖਾਂ ਦੀ, ਕਿ ਜੀ ਪੈਰੈਂਟਸ ਆਣਗੇ ਤੇ 21 ਸਾਲ ਤੋਂ ਛੋਟੇ ਭੈਣ ਭਰਾ ਵੀ ਨਾਲ ਹੀ ਪੈਰੈਂਟਸ ਤੇ ਆ ਜਾਣਗੇ। ਬਿਲਕੁਲ ਗਲਤ। ਉਹਨਾਂ ਨੇ ਨਹੀਂ ਆ ਸਕਣਾ। ਉਹਦੀ ਵਜ੍ਹਾ ਕੀ ਹੈ ਕਿ ਇੱਧਰ ਭਰਾ ਕਰ ਰਿਹਾ ਜਾਂ ਭੈਣ ਕਰ ਰਹੀ ਹੈ। ਜਦੋਂ ਭਰਾ ਤੇ ਭੈਣ ਕਰਦੇ ਨੇ ਤੇ ਨਾਲ ਹੀ ਕੈਟੇਗਰੀ ਚੇਂਜ ਹੋ ਜਾਂਦੀ ਹੈ, ਉਹ F4 ਬਣ ਜਾਂਦੀ ਹੈ। ਔਰ F4 ਦਾ ਟਾਈਮ ਕਿੰਨਾ ਹੈ? 18 ਸਾਲ। ਇਸ ਵਾਸਤੇ ਮੈਂ ਤਾਂ ਮਸ਼ਵਰਾ ਨਹੀਂ ਦਾਂਗਾ ਕਿ ਤੁਸੀਂ F4 ਕਰੋ। ਤੇ ਫਿਰ ਬੋਬੀ ਭਾਈ ਮਸ਼ਵਰਾ ਤੇ ਦਿਓ ਨਾ, ਕਰਨਾ ਕੀ ਹੈ ਉਹ ਹੁਣ ਮੈਂ ਤੁਹਾਨੂੰ ਮਸ਼ਵਰਾ ਦੇ ਲਗਾ। ਤੁਸੀਂ ਆਪਣੇ ਵਾਲਦੈਨ ਦੀ ਕੀਤੀ, ਆਪਣੇ ਪੈਰੈਂਟਸ ਦਾ ਕੀਤਾ ਵੀਜ਼ਾ ਅਪਲਾਈ, ਉਹਨਾਂ ਨੂੰ ਵੀਜ਼ਾ ਮਿਲਿਆ, ਇੱਥੇ ਅਮਰੀਕਾ ਆਏ, ਉਹਨਾਂ ਨੂੰ ਗ੍ਰੀਨ ਕਾਰਡ ਡਾਕ 'ਚ ਆ ਗਿਆ। ਜਿਸ ਦਿਨ ਗ੍ਰੀਨ ਕਾਰਡ ਡਾਕ 'ਚ ਆਏ ਉਸ ਦਿਨ ਤੁਸੀਂ ਆਪਣੇ ਪੈਰੈਂਟਸ ਵੱਲੋਂ, ਆਪਣੇ ਫਾਦਰ ਵੱਲੋਂ, ਆਪਣੇ ਛੋਟੇ ਭੈਣ ਭਰਾ ਜਿਹੜੇ ਤੁਹਾਡੇ ਮੁਲਕ 'ਚ ਪਿੱਛੇ ਰਹਿ ਗਏ ਨੇ, ਉਹਨਾਂ ਦੀ ਪਟੀਸ਼ਨ ਦਾਇਰ ਕਰ ਦੇਣੀ ਹੈ। ਉਸ ਕੈਟੇਗਰੀ ਨੂੰ ਕਹਿੰਦੇ ਨੇ F2A। ਔਰ ਤੁਹਾਡੇ ਵਾਸਤੇ ਖੁਸ਼ੀ ਦੀ ਖਬਰ ਹੈ ਵੇ ਕਿ F2A ਪਿਛਲੇ 2 ਮਹੀਨੇ ਤੋਂ ਕਰੰਟ ਹੋ ਚੁੱਕੀ ਹੈ। ਯਾਨੀ ਕਿ ਉਹਦੇ 'ਚ ਹੁਣ ਵੀਜ਼ਾ ਅਵੇਲੇਬਲ ਹੈ, ਕੋਈ ਪ੍ਰਾਇੋਰਟੀ ਡੇਟ ਨਹੀਂ ਗਈ। ਜ਼ਾਹਿਰ ਪ੍ਰੋਸੈਸ 'ਚ ਟਾਈਮ ਲੱਗੇਗਾ। ਇਹ ਨਹੀਂ ਕਹਿੰਦੇ ਕਿ ਅੱਜ ਜਮ੍ਹਾਂ ਕਰਾਓਗੇ ਤੇ ਪਰਸੋਂ ਵੀਜ਼ਾ ਮਿਲ ਜਾਏਗਾ, ਐਸਾ ਕੋਈ ਚੱਕਰ ਨਹੀਂ। ਲੇਕਿਨ ਮਹੀਨੇ ਲੱਗਣਗੇ। ਸਾਲ ਦੀ ਗੇਮ ਖਤਮ ਹੋ ਗਈ ਹੈ। ਉਹ ਕਰੰਟ ਹੋ ਚੁੱਕੀ ਹੈ। ਪ੍ਰੋਸੈਸ ਟਾਈਮ, ਵੈਟਿੰਗ, ਜੇ ਉਹ ਟਾਈਮ ਲੱਗ ਸਕਦਾ ਹੈ। ਲੇਕਿਨ ਉਹਨਾਂ ਨੂੰ ਫੌਰੀ ਤੌਰ ਤੇ ਵੀਜ਼ਾ ਮਿਲ ਜਾਏਗਾ। ਉਹ ਇੰਤਜ਼ਾਰ ਨਹੀਂ ਕਰਨਾ ਪੜੇਗਾ। ਤੁਸੀਂ ਸਾਲ ਸਮਝ ਲਵੋ, 1 ਸਾਲ 'ਚ ਹੁਣ ਸਿਚੁਏਸ਼ਨ ਦੇ ਵਿੱਚ 1 ਸਾਲ ਤੁਸੀਂ ਸਮਝ ਲਓ ਕਿ ਤੁਹਾਡੇ ਛੋਟੇ ਭੈਣ ਭਰਾ ਵੀ ਅਮਰੀਕਾ ਪਹੁੰਚ ਜਾਣਗੇ। ਯਾਦ ਰੱਖੋ ਉਹਨਾਂ ਦਾ 21 ਸਾਲ ਤੋਂ ਥੱਲੇ ਹੋਣਾ ਔਰ ਗੈਰ ਸ਼ਾਦੀशुदा ਹੋਣਾ ਜ਼ਰੂਰੀ ਹੈ। ਹੁਣ ਅਗਰ ਉਹ 21 ਸਾਲ ਤੋਂ ਉੱਤੇ ਹੋ ਗਏ ਤੇ ਫਿਰ ਕੀ ਹੋਏਗਾ? ਫਿਰ ਵੀ ਪੈਰੈਂਟਸ ਅਪਲਾਈ ਕਰ ਸਕਣਗੇ, ਲੇਕਿਨ ਕੈਟੇਗਰੀ ਚੇਂਜ ਹੋ ਕੇ ਹੋ ਜਾਏਗੀ F2B। ਔਰ F2B ਦੇ ਵਿੱਚ ਇੱਕ ਬਹੁਤ ਵੱਡੀ ਬਦਮਜ਼ਗੀ, ਉਹ ਪਤਾ ਕੀ ਹੈ ਕਿ F2B ਦਾ ਜਿਹੜਾ ਬੱਚਾ, ਉਹਨੂੰ ਸ਼ਾਦੀ ਨਹੀਂ ਕਰਨੀ, ਉਹਨੇ ਸ਼ਾਦੀशुदा ਨਹੀਂ ਹੋਣਾ ਚਾਹੀਦਾ। ਹੁਣ ਉਹ ਸ਼ਾਦੀशुदा ਨਹੀਂ ਹੋਣਾ ਚਾਹੀਦਾ। ਕਿੰਨੇ ਸਾਲ? 8 ਸਾਲ। ਇਸ ਟਾਈਮ 8 ਤੋਂ 9 ਸਾਲ ਵੇਟਿੰਗ ਟਾਈਮ ਹੈ F2B ਵਾਲਿਆਂ ਦਾ। ਤੇ ਇਸ ਵਾਸਤੇ ਅਗਰ ਤੁਸੀਂ 21 ਸਾਲ ਤੁਹਾਡਾ ਬੱਚਾ ਉੱਤੇ ਹੋ ਜਾਂਦਾ ਤੇ ਫਿਰ ਉਹ ਲੰਬਾ ਕੰਮ ਹੋ ਜਾਂਦਾ। ਅਗਰ 21 ਸਾਲ ਤੋਂ ਥੱਲੇ ਵੇ, ਉਹ ਨਾਲ ਤੇ ਨਹੀਂ ਆਏਗਾ, ਲੇਕਿਨ ਬਹੁਤ ਹੀ ਜਲਦੀ ਆ ਜਾਏਗਾ। ਇਸ ਵਜ੍ਹਾ ਨਾਲ ਬਹੁਤ ਸਾਰੇ ਲੋਕ ਨਾ ਇਹ ਚੀਜ਼ ਸੋਚ ਕੇ ਬੈਠੇ ਹੁੰਦੇ ਨੇ, ਮੇਰੇ ਨਾਲ ਵੀ ਗੱਲ ਕਰਦੇ ਨੇ ਬੇਤਾਸ਼ਾ। ਮੇਰੇ ਆਪਣੇ ਲੋਕ ਨੇ ਜਿਹੜੇ ਮੇਰੇ ਕਰੀਬੀ ਰਿਸ਼ਤੇਦਾਰ ਦੋਸਤ, ਉਹ ਵੀ ਕਹਿੰਦੇ ਨੇ ਕਿ ਛੋਟੇ ਭੈਣ ਭਰਾ ਤੇ ਨਾਲ ਹੀ ਆ ਜਾਣਗੇ। ਐਸੀ ਕੋਈ ਗੱਲ ਨਹੀਂ। ਇਸ ਚੀਜ਼ ਨੂੰ ਆਪਣੇ ਜ਼ਿਹਨ 'ਚੋਂ ਕੱਢ ਦਿਓ। ਅਗਰ ਤੁਹਾਡੇ ਕੋਲ ਮਤਲਬ ਰਿਹਾਇਸ਼ ਦਾ ਮਸਲਾ ਹੈ, ਉਹਨਾਂ ਨੂੰ ਸੰਭਾਲਣ ਦਾ ਮਸਲਾ, ਉਹਦਾ ਇੰਤਜ਼ਾਮ ਕਰਕੇ ਰੱਖੋ। ਕਿਉਂਕਿ ਬਹੁਤ ਸਾਰੇ ਲੋਕ ਐਸੇ ਵੀ ਮੇਰੇ ਕੋਲ ਨੇ ਜਿਹੜੇ ਉਹਨਾਂ ਦਾ ਵੀਜ਼ਾ ਲੱਗ ਜਾਂਦੇ ਨੇ। ਹੁਣ ਛੋਟੇ ਬੱਚਿਆਂ ਦਾ ਕੀ ਕਰੀਏ? ਪਹਿਲੇ ਹੀ ਸਾਰੀ ਪਲੈਨਿੰਗ ਕਰਕੇ ਰੱਖੋ। ਉਹਨਾਂ ਨੇ ਤੁਹਾਡੇ ਨਾਲ ਨਹੀਂ ਜਾਣਾ। ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲੈਣਾ। ਥੈਂਕ ਯੂ ਸੋ ਮਚ।